Hello 11th class students. Let's quickly understand the slides by Department of School Education today. This slide is for chapter 4th of section A. The name of the chapter is A President Speaks. Yesterday we did the glossary and today we will do the part 2, that is summary of the chapter. Dear students, this chapter is actually a speech by Dr. APJ Abdul Kalam. ਬੱਚਿਓ ਤੁਸੀਂ ਸਾਰੇ ਡਾਕਟਰ APJ ਅਬਦੁਲ ਕਲਾਮ ਜੀ ਨੂੰ ਜਾਣਦੇ ਹੋ। ਸਾਡੇ ਦੇਸ਼ ਦੇ ਸਭ ਤੋਂ ਜ਼ਿਆਦਾ ਹਰਮਨ ਪਿਆਰੇ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਜੀ, ਉਹਨਾਂ ਦੀ ਸਪੀਚ ਨੂੰ ਪਾਠ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ। First of all, about the author. This inspiring speech was delivered by President Dr. APJ Abdul Kalam, born in 1931 and died in 2015, a scholar and scientist of world renown in Hyderabad. In 1997, he was awarded Bharat Ratna, the highest civilian honor of the country. ਤਾਂ ਬੱਚਿਓ, ਅਬਦੁਲ ਕਲਾਮ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ। 1931 'ਚ ਉਹਨਾਂ ਦਾ ਜਨਮ ਹੋਇਆ ਸੀ। ਬਹੁਤ ਵੱਡੇ ਇੱਕ ਸਾਇੰਟਿਸਟ ਹੋਏ ਨੇ ਉਹ, ਅਤੇ ਇੱਕ ਬਹੁਤ ਹੀ ਇੰਟੈਲੀਜੈਂਟ ਸਕੋਲਰ ਮੰਨੇ ਜਾਂਦੇ ਨੇ। ਸਾਡੇ ਦੇਸ਼ ਦੇ ਮਿਜ਼ਾਈਲ ਮੈਨ ਉਹਨਾਂ ਨੂੰ ਕਿਹਾ ਜਾਂਦਾ। 1997 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਮਿਲਿਆ, ਜੋ ਕਿ ਭਾਰਤ ਦਾ ਸਭ ਤੋਂ ਉੱਚਤਮ ਅਵਾਰਡ ਹੈ। ਸਮਰੀ ਆਫ ਦ ਚੈਪਟਰ means the main points. Dr. Kalam has 3 visions for India. His first vision is that of freedom. He says that India had its first vision of freedom in 1857. It is this freedom that we must protect and nurture and build on. Kalam's second vision for India is of development. ਬੱਚਿਓ, ਡਾਕਟਰ ਕਲਾਮ ਨੇ ਭਾਰਤ ਲਈ 3 ਖ਼ਾਬ ਦੇਖੇ ਸੀ, 3 ਸੁਪਨੇ ਵੇਖੇ ਸੀ। ਪਹਿਲਾ ਸੁਪਨਾ ਉਹ ਕਹਿੰਦੇ ਮੇਰਾ ਇਹ ਹੈ ਕਿ ਭਾਰਤ ਆਜ਼ਾਦ ਹੋਵੇ। ਭਾਰਤ ਨੇ ਆਜ਼ਾਦੀ ਦਾ ਪਹਿਲਾ ਖ਼ਾਬ 1857 'ਚ ਦੇਖਿਆ ਸੀ। ਤੁਹਾਨੂੰ ਪਤਾ ਹੈ ਕਿ ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਗਦਰ ਦੇ ਰੂਪ ਦੇ ਵਿੱਚ ਹੋਈ ਸੀ। ਸੋ ਇਸ ਆਜ਼ਾਦੀ ਨੂੰ ਸਾਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਸਾਂਭ ਕੇ ਰੱਖਣਾ ਚਾਹੀਦਾ ਹੈ, ਵਧਾਉਣਾ ਚਾਹੀਦਾ ਹੈ। ਕਲਾਮ ਜੀ ਦਾ ਦੂਸਰਾ ਸੁਪਨਾ ਹੈ ਵਿਕਾਸ। He wants India to be a developed nation. He says that we are among the top 5 nations of the world in terms of GDP. Our achievements are being globally recognized. So Dr. Kalam ਕਹਿੰਦੇ ਹਨ ਕਿ ਵਿਕਾਸ ਸਾਡੇ ਲਈ ਇਸ ਵਕਤ ਬਹੁਤ ਜ਼ਰੂਰੀ ਹੈ ਔਰ ਸਾਨੂੰ ਵਿਕਾਸ ਦੇ ਰਾਹ 'ਤੇ ਤੁਰਨਾ ਚਾਹੀਦਾ ਹੈ, ਕਿਉਂਕਿ ਜੇ ਅਸੀਂ GDP ਦੇ ਮਾਮਲੇ ਵਿੱਚ ਦੇਖੀਏ ਤਾਂ ਸਾਡਾ ਭਾਰਤ ਵਿਸ਼ਵ ਦੇ ਪਹਿਲੇ 5 ਦੇਸ਼ਾਂ ਵਿੱਚ ਆਉਂਦਾ ਹੈ। ਇਹ ਕੋਈ ਛੋਟੀ ਘਟਨਾ ਨਹੀਂ ਹੈ, ਵਿਸ਼ਵ ਪੱਧਰ 'ਤੇ ਸਾਡੀ ਵੱਖਰੀ ਪਛਾਣ ਹੈ। Yet we lack the self-confidence to see ourselves as a developed nation, self-reliant and self-assured. ਭਾਰਤ ਦਾ ਇੰਨਾ ਉੱਚਾ ਸਥਾਨ ਹੁੰਦੇ ਹੋਏ ਵੀ ਸਾਡੇ ਵਿੱਚ ਸਵੈ ਵਿਸ਼ਵਾਸ ਦੀ ਕਮੀ ਦੇਖੀ ਗਈ ਹੈ। ਲੈਕ ਮੀਨਸ ਕਮੀ ਹੋਣਾ। ਕਿਸ ਚੀਜ਼ ਦੀ? ਸੈਲਫ ਕੌਨਫੀਡੈਂਸ ਦੀ, ਆਤਮ ਵਿਸ਼ਵਾਸ ਦੀ। ਤੋ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ। ਸੈਲਫ ਰਿਲਾਇੰਟ ਹੋਣ ਲਈ, ਯਾਨੀ ਕਿ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ। ਸੈਲਫ ਅਸ਼ਿਓਰਡ ਹੋਣ ਲਈ, ਯਾਨੀ ਕਿ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣਾ। ਕਲਾਮਸ ਥਰਡ ਵਿਜ਼ਨ ਇਜ਼ ਟੂ ਸੀ ਇੰਡੀਆ ਐਜ਼ ਅ ਸਟਰੋਂਗ ਨੇਸ਼ਨ। ਕਲਾਮ ਦਾ ਤੀਸਰਾ ਖ਼ਾਬ ਹੈ ਕਿ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਦੇ ਤੌਰ 'ਤੇ ਵੇਖਿਆ ਜਾਵੇ। ਹੀ ਵਾਂਟਸ ਇੰਡੀਆ ਟੂ ਸਟੈਂਡ ਅਪ ਟੂ ਦ ਵਰਲਡ। ਉਹ ਚਾਹੁੰਦੇ ਨੇ ਕਿ ਭਾਰਤ ਵਿਸ਼ਵ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖੜ੍ਹਾ ਹੋਵੇ। ਹੀ ਸੇਜ਼ ਦੈਟ ਵੀ ਮਸਟ ਬੀ ਸਟਰੋਂਗ ਨਾਟ ਓਨਲੀ ਐਜ਼ ਅ ਮਿਲਟਰੀ ਪਾਵਰ ਬਟ ਆਲਸੋ ਐਜ਼ ਐਨ ਇਕੋਨਮਿਕ ਪਾਵਰ। ਉਹ ਇਹ ਚਾਹੁੰਦੇ ਨੇ ਆਪਣੀ ਇਸ ਭਾਸ਼ਣ ਦੇ ਵਿੱਚ ਕਿ ਭਾਰਤ ਸਿਰਫ ਇੱਕ ਮਿਲਟਰੀ ਨਾਲ ਪਾਵਰਫੁਲ ਬਣਿਆ ਹੋਇਆ ਕੰਟਰੀ ਨਾ ਹੋਵੇ। ਸਾਡੇ ਕੋਲ ਜਿਹੜੀ ਤਾਕਤ ਹੈ ਉਹ ਸਿਰਫ ਸਾਡੀ ਮਿਲਟਰੀ ਦੀ ਤਾਕਤ ਨਾ ਹੋਵੇ, ਬਲਕਿ ਸਾਡੇ ਕੋਲ ਇੱਕ ਹੋਰ ਤਾਕਤ ਹੋਵੇ, ਇਕਨੋਮਿਕ ਪਾਵਰ, ਆਰਥਿਕ ਤਾਕਤ।
Dr. Kalam tells that we Indians are very strange people. We are very much obsessed with foreign things. ਫਿਰ ਅੱਗੇ ਉਹ ਕਹਿੰਦੇ ਹਨ ਕਿ ਸਾਡੇ ਭਾਰਤੀਆਂ 'ਚ ਇੱਕ ਕਮੀ ਇਹ ਹੈ, ਅਸੀਂ ਅਜੀਬ ਲੋਕ ਹਾਂ। ਅਸੀਂ ਆਪਣੇ ਤੋਂ ਜ਼ਿਆਦਾ ਦੂਜੇ ਦੇਸ਼ਾਂ ਨੂੰ ਪਿਆਰ ਕਰਦੇ ਹਾਂ ਅਤੇ ਆਪਣੀਆਂ ਚੀਜ਼ਾਂ ਤੋਂ ਜ਼ਿਆਦਾ ਦੂਜੇ ਦੇਸ਼ਾਂ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਾਂ। ਸਾਨੂੰ ਜਨੂੰਨ ਰਹਿੰਦਾ ਹੈ ਇੰਪੋਰਟਡ ਚੀਜ਼ਾਂ ਖਰੀਦਣ ਦਾ, ਜਿਹੜੀਆਂ ਕਿ ਕਿਸੇ ਹੋਰ ਦੇਸ਼ ਤੋਂ ਆਈਆਂ ਹੋਣ। In a foreign country, we behave like responsible citizen and never do anything that is unlawful. ਸਾਡੇ 'ਚ ਇੱਕ ਹੋਰ ਉਹਨਾਂ ਨੇ ਕਿਹਾ ਕਿ ਖਾਸੀਅਤ ਹੈ ਅਤੇ ਕਮੀ ਹੈ। ਜਦੋਂ ਅਸੀਂ ਆਪਣੇ ਦੇਸ਼ ਵਿੱਚ ਹੁੰਦੇ ਹਾਂ ਤਾਂ ਅਸੀਂ ਕਿਸੇ ਵੀ ਨਿਯਮ ਜਾਂ ਕਾਨੂੰਨ ਨੂੰ ਨਹੀਂ ਮੰਨਦੇ। ਜਦੋਂ ਅਸੀਂ ਕਿਸੇ ਹੋਰ ਦੇਸ਼ ਵਿੱਚ ਜਾਂਦੇ ਹਾਂ ਤਾਂ ਅਸੀਂ ਬਹੁਤ ਹੀ ਰਿਸਪੋਂਸੀਬਲ ਸਿਟੀਜ਼ਨ ਮਤਲਬ ਜ਼ਿੰਮੇਵਾਰ ਨਾਗਰਿਕ ਬਣ ਜਾਂਦੇ ਹਾਂ। ਉੱਥੇ ਅਸੀਂ ਕੁਝ ਵੀ ਕਾਨੂੰਨ ਦੇ ਖਿਲਾਫ ਨਹੀਂ ਕਰਦੇ, ਪਰ ਭਾਰਤ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਕਾਨੂੰਨ ਤੋੜਦੇ ਹਾਂ, ਰਿਸ਼ਵਤਖੋਰੀ ਕਰਦੇ ਹਾਂ। ਬਟ ਇਨ ਆਵਰ ਕੰਟਰੀ ਵੀ ਬਲੇਮ ਦ ਗੌਰਮੈਂਟ ਫॉर ਐਵਰੀਥਿੰਗ। ਫਿਰ ਅਸੀਂ ਖੁਦ ਹੀ ਰਿਸ਼ਵਤਖੋਰੀ ਕਰਕੇ, ਖੁਦ ਹੀ ਕਾਨੂੰਨ ਤੋੜ ਕੇ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਹਾਂ ਐਂਡ ਨੈਵਰ ਕੇਅਰ ਅਬਾਊਟ ਆਵਰ ਓਨ ਡਿਊਟੀ। ਕਦੇ ਵੀ ਅਸੀਂ ਆਪਣੇ ਫਰਜ਼ਾਂ ਬਾਰੇ ਪਰਵਾਹ ਨਹੀਂ ਮੰਨਦੇ। ਵੀ ਵਾਂਟ ਦ ਗੌਰਮੈਂਟ ਟੂ ਡੂ ਐਵਰੀਥਿੰਗ ਫॉर ਅਸ ਬਟ ਵੀ ਆਵਰਸੈਲਵਸ ਨੈਵਰ ਫੁਲਫਿਲ ਆਵਰ ਡਿਊਟੀਜ਼ ਟੂ ਦ ਨੇਸ਼ਨ। ਤਾਂ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਗੌਰਮੈਂਟ ਸਾਡੇ ਲਈ ਕੁਝ ਨਾ ਕੁਝ ਕਰਦੀ ਰਹੇ, ਪਰ ਅਸੀਂ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਦੇ ਅਤੇ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਕਦੇ ਪੂਰਾ ਨਹੀਂ ਕਰਦੇ। We should maintain the peace in the society. Ask what we can do for India and do what has to be done to make India what America and other Western countries are today. Let's do what India needs from us. ਤਾਂ ਉਹਨਾਂ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਣੇ ਫਰਜ਼ ਨਿਭਾਉਂਦੇ ਹੋਏ ਸਮਾਜ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਬੱਚੋ, ਤੁਹਾਨੂੰ ਪਤਾ ਹੈ ਕਿ ਡਾਕਟਰ ਕਲਾਮ ਇੱਕ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਸਨ। ਉਹਨਾਂ ਦੇ ਪਿਤਾ ਜੀ ਹਰ ਰੋਜ਼ ਮਸਜਿਦ ਜਾਇਆ ਕਰਦੇ ਸਨ ਅਤੇ ਬਹੁਤ ਹੀ ਕੱਟੜ ਮੁਸਲਿਮ ਸਨ। ਲੇਕਿਨ ਇਸ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੱਟੜਤਾ ਨਹੀਂ ਸੀ, ਕਿਉਂਕਿ ਉਹਨਾਂ ਦਾ ਜਿਹੜਾ ਬੈਸਟ ਫਰੈਂਡ ਸ਼ੁਰੂ ਤੋਂ ਰਿਹਾ, ਉਹਨਾਂ ਦਾ ਇੱਕ ਹਿੰਦੂ ਦੋਸਤ ਰਿਹਾ। ਅਬਦੁਲ ਕਲਾਮ ਜੀ ਆਪਣੀ ਜੀਵਨੀ 'ਚ ਲਿਖਦੇ ਹਨ ਕਿ ਮੈਂ ਅਤੇ ਮੇਰਾ ਬ੍ਰਾਹਮਣ ਦੋਸਤ ਅਸੀਂ ਹਰ ਰੋਜ਼ ਮੰਦਰ ਜਾਇਆ ਕਰਦੇ ਸੀ। ਰਾਮੇਸ਼ਵਰਮ ਮੰਦਰ ਦੇ ਨੇੜੇ ਸੀ ਉਹ, ਤਾਂ ਰਾਮੇਸ਼ਵਰਮ ਵੀ ਜਾਇਆ ਕਰਦੇ ਸੀ ਅਤੇ ਮਸਜਿਦ 'ਚ ਵੀ ਅਸੀਂ ਦੋਵੇਂ ਜਾਇਆ ਕਰਦੇ ਸੀ ਅਤੇ ਜ਼ਿੰਦਗੀ ਭਰ ਉਹਨਾਂ ਦੀ ਪੱਕੀ ਦੋਸਤੀ ਰਹੀ। ਸੋ ਇਹੀ ਚਾਹੁੰਦੇ ਸੀ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸ਼ਾਂਤੀ ਦੇ ਨਾਲ ਸਮਾਜ ਦੇ ਵਿੱਚ ਰਲ ਮਿਲ ਕੇ ਰਹਿਣ। ਉਹਨਾਂ ਦੇ ਸ਼ਬਦ ਨੇ, ਆਸਕ ਵਟ ਵੀ ਕੈਨ ਡੂ ਫॉर ਇੰਡੀਆ ਐਂਡ ਡੂ ਵਟ ਹੈਜ਼ ਟੂ ਬੀ ਡਨ ਟੂ ਮੇਕ ਇੰਡੀਆ ਵਟ ਅਮੈਰੀਕਨ ਐਂਡ ਅਦਰ ਵੈਸਟਰਨ ਕੰਟਰੀਜ਼ ਆਰ ਟੂਡੇ। ਤੁਸੀਂ ਪੁੱਛੋ, ਉਹ ਨਾਗਰਿਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਪੁੱਛੋ ਕਿ ਅਸੀਂ ਭਾਰਤ ਲਈ ਕੀ ਕਰ ਸਕਦੇ ਹਾਂ। ਹਰ ਸਮੇਂ ਇਹੀ ਪੁੱਛਦੇ ਹਾਂ ਅਸੀਂ ਕਿ ਸਰਕਾਰ ਸਾਡੇ ਲਈ ਕੀ ਕਰੂਗੀ, ਭਾਰਤ ਸਾਡੇ ਲਈ ਕੀ ਕਰੂਗਾ। ਉਹ ਕਹਿੰਦੇ ਕਿ ਕਦੇ ਇਹ ਵੀ ਪੁੱਛੋ ਕਿ ਅਸੀਂ ਭਾਰਤ ਲਈ ਕੀ ਕਰ ਸਕਦੇ ਹਾਂ, ਕੀ ਕੀਤਾ ਜਾਣਾ ਚਾਹੀਦਾ ਹੈ ਕਿ ਸਾਡਾ ਦੇਸ਼ ਵੀ ਅਮੈਰੀਕਾ ਅਤੇ ਦੂਸਰੇ ਪੱਛਮੀ ਰਾਸ਼ਟਰਾਂ ਵਰਗਾ ਮਹਾਨ ਹੋ ਜਾਵੇ। ਅਸੀਂ ਅੱਜ ਪਿਛੜ ਕਿਉਂ ਰਹੇ ਹਾਂ? ਆਓ ਅਸੀਂ ਮਿਲ ਜੁਲ ਕੇ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੀਏ। ਤਾਂ ਬੱਚਿਓ, ਇਹ ਸਾਰਾ ਸਾਰ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਸਮਝਾਇਆ ਗਿਆ ਹੈ। ਤੁਸੀਂ ਇਸ ਨੂੰ ਪੜ੍ਹ ਕੇ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ। This slide has been prepared by Gurmeet Kaur, English lecturer, Government Senior Secondary School, Maqsuda, Jalandhar, and vetted by Ms. Varinder Kaur Sekho, lecturer English, Government Senior Secondary School, Machli Kala, SES Nagar, under Padho Punjab, Padhao Punjab. I hope you understood the entire slide. You should make important notes if you want. For example, what are the 3 visions of India? Dr. Kalam has 3 visions for India. Number 1, freedom. Number 2, development. Number 3, self-reliance. Okay? 3 ਸੁਪਨੇ ਹਨ ਉਹਨਾਂ ਦੇ ਭਾਰਤ ਲਈ। ਪਹਿਲਾ ਆਜ਼ਾਦੀ, ਦੂਸਰਾ ਵਿਕਾਸ, ਤੀਸਰਾ ਆਪਣੇ ਪੈਰਾਂ 'ਤੇ ਖੜਾ ਹੋਣਾ, ਸਵੈ ਵਿਸ਼ਵਾਸ ਔਰ ਵਰਲਡ ਦੇ ਨਾਲ ਕੰਪੀਟ ਕਰਨਾ। ਦੂਸਰਾ, ਉਹ ਨਾਗਰਿਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਤੁਸੀਂ ਹਮੇਸ਼ਾ ਚੰਗੇ ਇਨਸਾਨ ਬਣੋ ਅਤੇ ਆਪਣੇ ਰਾਸ਼ਟਰ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰਾ ਕਰੋ। ਡੀਅਰ ਸਟੂਡੈਂਟਸ, ਥੈਂਕ ਯੂ so much for being with me. Have a very nice day.